ਸ੍ਰੀ ਗੁਰੂ ਹਰ ਰਾਏ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਤੇ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਸਨ। ਆਪ ਜੀ ਦਾ ਜਨਮ 16 ਜਨਵਰੀ 1630 ਵਿੱਚ ਮਾਤਾ ਨਿਹਾਲ ਕੌਰ ਦੀ ਕੁੱਖੋਂ ਸੀਸ਼ ਮਹਿਲ ਕੀਰਤਪੁਰ, ਜ਼ਿਲ੍ਹਾ ਰੂਪਨਗਰ ਵਿੱਚ ਹੋਇਆ। ਉਹਨਾਂ ਦਾ ਜੀਵਨ ਬੜਾ ਥੋੜਾ, ਸਿਰਫ ਤਾਂ ਸਾਲ ਦਾ ਸੀ। ਉਹਨਾਂ ਦਾ ਜਨਮ ਕਾਫੀ ਅਸ਼ਾਂਤ ਵਾਤਾਵਰਣ ਵਿੱਚ ਹੋਇਆ। ਗੁਰੂ ਹਰਗੋਬਿੰਦ ਸਾਹਿਬ ਪਹਿਲੇ ਯੁੱਧਾਂ ਵਿੱਚ ਤੇ ਫਿਰ ਪਰਿਵਾਰਕ ਉਲਝਣਾਂ ਵਿੱਚ ਫਸੇ ਹੋਏ ਸਨ। 1628 ਵਿੱਚ ਅਟਲ ਰਾਏ, 1631 ਵਿੱਚ ਮਾਤਾ ਦਮੋਦਰੀ ਤੇ ਫਿਰ 1635 ਵਿੱਚ ਬਾਬਾ ਗੁਰਦਿੱਤਾ ਜੀ ਰੱਬ ਨੂੰ ਪਿਆਰੇ ਹੋ ਚੁੱਕੇ ਸਨ। ਮਸਤ ਮਲੰਗ ਤੇ ਮੋਜੀ ਤਬੀਅਤ ਦੇ ਇਨਸਾਨ ਸੀ। ਗੁਰੂ ਤੇਗ ਬਹਾਦਰ ਜੀ ਦੁਨੀਆ ਤੋਂ ਉਪਰਾਮ ਹਮੇਸ਼ਾ ਸਮਾਧੀ ਵਿੱਚ ਜੁੜੇ ਰਹਿਣਾ, ਲੱਗਦਾ ਸੀ ਕਿਸੇ ਵੱਡੇ ਕਾਰਜ ਦੀ ਤਿਆਰੀ ਕਰ ਰਹੇ ਸਨ। ਸੂਰਜਮਲ ਦੁਨੀਆਵਾਰ ਜ਼ਿਆਦਾ ਸਨ ਉਹਨਾਂ ਦਾ। ਸਜਸੀ ਸੁਬਾ ਗੁਰਗੱਦੀ ਲਈ ਰੁਕਾਵਟ ਬਣ ਗਿਆ। ਬਾਬਾ ਗੁਰਦਿੱਤਾ ਦੇ ਚਲਾਏ ਤੇ ਬਾਅਦ ਹਰ ਰਾਏ ਸਾਹਿਬ 10 ਸਾਲ ਗੁਰੂ ਹਰਗੋਬਿੰਦ ਸਾਹਿਬ ਦੀ ਦੇਖ-ਰੇਖ ਵਿੱਚ ਪਲੇ। ਗੁਰੂ ਹਰਿਗੋਬਿੰਦ ਸਾਹਿਬ ਨੇ ਜਿੱਥੇ ਹਰ ਰਾਏ ਸਾਹਿਬ ਦੀ ਪੜ੍ਹਾਈ ਲਿਖਾਈ ਫਲ ਵਿਸ਼ੇਸ਼ ਧਿਆਨ ਦਿੱਤਾ, ਉੱਥੇ ਸ਼ਸਤਰ ਵਿਦਿਆ, ਘੋੜ ਸਵਾਰੀ ਤੇ ਸਰੀਰਕ ਕਸਰਤ ਵੀ ਆਪਣੀ ਨਿਗਰਾਨੀ ਹੇਠ ਕਰਦੇ ਰਹੇ। ਬਚਪਨ ਤੋਂ ਹੀ ਗੁਰੂ ਹਰ ਰਾਏ ਸਾਹਿਬ ਸੰਤ ਸੁਬਾ ਦੇ ਸਨ ਤੇ ਗੁਰੂ ਘਰ ਦੀ ਸੇਵਾ ਵਿੱਚ ਜੁੜੇ ਰਹਿੰਦੇ ਸਨ। ਉਹ ਸੁਲਤਾਨ ਵੀ ਸਨ ਤੇ ਦਰਵੇਸ਼ ਵੀ। ਉਹਨਾਂ ਦਾ ਹਿਰਦਾ ਇਤਨਾ ਕੋਮਲ ਸੀ ਕਿ ਇਸ ਕੋਲ ਟੁੱਟਣ ਤੋਂ ਦੁਖੀ ਹੋ ਜਾਂਦੇ। ਇੱਕ ਵਾਰੀ ਉਹ ਗੁਰੂ ਹਰਗੋਬਿੰਦ ਸਾਹਿਬ ਨਾਲ ਬਾਗ ਵਿੱਚ ਸੋਧ ਕਰਨ ਜਾ ਰਹੇ ਸੀ। ਅਚਾਨਕ ਇੱਕ ਹੰਨ ਉਹਨਾਂ ਦੋ ਚੋਲੇ ਨਾਲ ਅਟਕ ਕੇ ਟੁੱਟ ਗਿਆ। ਬਹੁਤ ਉਦਾਸ ਹੋ ਗਏ। ਗੁਰੂ ਹਰਿਗੋਬਿੰਦ ਸਾਹਿਬ ਨੇ ਕਿਹਾ ਕਿ ਅਗਰ ਚੋਲਾ ਵੱਡਾ ਹੋਵੇ ਤਾਂ ਸੰਭਲ ਕੇ ਚੱਲਣਾ ਚਾਹੀਦਾ ਹੈ। ਜਿਸ ਦਾ ਮਤਲਬ ਸਾਫ਼ ਸੀ ਕਿ ਅਗਰ ਜ਼ਿੰਮੇਦਾਰੀਆਂ ਵੱਡੀਆਂ ਹੋਣ ਤਾਂ ਸੋਚ ਸਮਝ ਹੀ ਕਦਮ ਪੁੱਟਣਾ ਚਾਹੀਦਾ ਹੈ। ਬਿੰਦੀ ਬਸ ਇਸ ਸਿੱਖਿਆ ਨੂੰ ਉਹਨਾਂ ਨੂੰ ਉਮਰ ਭਰ ਯਾਦ ਰੱਖਿਆ ਤੇ ਸਾਰੀ ਉਮਰ ਆਪਣੇ ਸਮਰਥਾ ਤੇ ਸੋਚ ਦੀ ਸਮਝ ਕੇ ਵਰਤੋਂ ਕਰਦਿਆਂ ਭੂਲੇ ਭਟਕੇ ਵੀ ਕਿਸੇ ਨੂੰ ਦੁੱਖ ਤਕਲੀਫ ਨਹੀਂ ਦਿੱਤੀ। ਸ੍ਰੀ ਗੁਰੂ ਨਾਨਕ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਸ੍ਰੀ ਚੰਦ ਡੇਰਾ ਬਾਬਾ ਨਾਨਕ ਤੋਂ 18 ਮੀਲ ਦੀ ਦੂਰੀ ਤੇ ਉੱਤਰ ਪੂਰਬ ਫਲ ਪੈਂਦੇ ਪਿੰਡ ਬਹਾਨ ਵਿੱਚ ਨਿਵਾਸ ਕਰਦੇ ਸੀ। ਇੱਕ ਵਾਰੀ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਦਰਸ਼ਨਾਂ ਲਈ ਗਏ। ਬੜੇ ਪਿਆਰ ਨਾਲ ਮੇਲ ਮਿਲਾਪ ਹੋਇਆ। ਬਾਬਾ ਜੀ ਨੇ ਗੁਰੂ ਸਾਹਿਬ ਕੋਲੋਂ ਸਾਹਿਬਜ਼ਾਦਿਆਂ ਬਾਰੇ ਪੁੱਛਿਆ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ 5 ਸਾਹਿਬਜ਼ਾਦਿਆਂ ਦਾ ਜ਼ਿਕਰ ਕੀਤਾ। ਬਾਬਾ ਜੀ ਪ੍ਰਸੰਨ ਹੋਏ ਤੇ ਸਹਿਜ ਸੁਭਾਏ ਉਹਨਾਂ ਦੇ ਮੂੰਹੋਂ ਨਿਕਲ ਗਿਆ, ਸਾਰੇ ਆਪਣੇ ਪਾਸ ਹੀ ਰੱਖਣ ਜੋ ਕਿ ਕੋਈ ਸਾਨੂੰ ਵੀ ਦਿਓਗੇ। ਗੁਰੂ ਸਾਹਿਬ ਨੇ ਬੜੇ ਸਤਿਕਾਰ ਨਾਲ ਕਿਹਾ, ਹਾਂ ਜੀ, ਇਹ ਪੂਰਨ ਗੁਰਦਿੱਤਾ ਸਾਡੇ ਨਾਲ ਹੈ, ਆਪ ਜੀ ਦੀ ਸੇਵਾ ਲਈ ਹਾਜ਼ਰ ਹੈ। ਬਾਬਾ ਸ੍ਰੀ ਚੰਦ ਨੇ ਸੈਲੀ ਟੋਪੀ ਜੋ ਸਿੱਖੀ ਵਿੱਚ ਗੁਰੂ ਅਰਜਨ ਦੇਵ ਜੀ ਤੱਕ ਹੀ ਰਹੀ ਗੁਰਦਿੱਤਾ ਜੀ ਨੂੰ ਭੇਟ ਕਰਦਿਆਂ ਬਚਨ ਕੀਤੇ, ਗੁਰਗੱਦੀ ਤਾਂ ਅਗੇ ਹੀ ਤੁਹਾਡੇ ਪਾਸ ਹੈ, ਸਾਡੇ ਪਾਸ ਥੋੜਾ ਜਿਹਾ ਤਪ ਤੇ ਫਕੀਰੀ ਹੈ, ਇਹ ਵੀ ਲੈ ਲਵੋ। ਜਦੋਂ ਹਰਗੋਬਿੰਦ ਸਾਹਿਬ ਦਾ ਵਕਤ ਨਜ਼ਦੀਕ ਆਇਆ ਤਾਂ ਉਹਨਾਂ ਨੇ ਗੁਰਗੱਦੀ ਗੁਰਦਿੱਤਾ ਜੀ ਦੇ ਸਪੁੱਤਰ ਹਰ ਰਾਏ ਸਾਹਿਬ ਨੂੰ ਦੇਣ ਦਾ ਫੈਸਲਾ ਕਰ ਲਿਆ। ਪੁੱਤਰਾਂ ਵਿੱਚ ਕੋਈ ਵੀ ਗੁਰਗੱਦੀ ਦੀ ਮਹਾਨ ਜ਼ਿੰਮੇਦਾਰੀ ਨੂੰ ਸੰਭਾਲਣ ਲਈ ਤਿਆਰ ਨਹੀਂ ਸੀ। ਬਾਬਾ ਗੁਰਦਿੱਤਾ 1638 ਵਿੱਚ ਅਕਾਲ ਚਲਾਣਾ ਕਰ ਗਏ ਸੀ। ਬਾਬਾ ਅਟਲ ਰਾਏ ਨੇ ਕਰਾਮਾਤਾਂ ਦਿਖਾਣ ਦੇ ਪਛਤਾਵੇ ਕਰਕੇ ਆਪਣੀ ਜਾਨ ਦੇ ਦਿੱਤੀ। ਤੇਗ ਬਹਾਦਰ ਦੁਨੀਆ ਤੋਂ ਉਪਰਾਮ ਸਮਾਧੀ ਵਿੱਚ ਜੁੜੇ ਰਹਿੰਦੇ। ਇਸ ਤੋਂ ਕੁਝ ਵੱਡਾ ਕਰਨ ਦੀ ਤਿਆਰੀ ਵਿੱਚ ਸਨ ਜੋ ਗੁਰੂ ਹਰਗੋਬਿੰਦ ਸਿੰਘ ਸਾਹਿਬ ਹੀ ਜਾਣਦੇ ਸਨ। ਸੂਰਜਮਲ ਤੇ ਅਨੀ ਰਾਏ ਦੁਨਿਆਵੀ ਝਮੇਲਿਆਂ ਦਾ ਸ਼ੌਕ ਨਹੀਂ ਸੀ ਰੱਖਦੇ। ਸਿਰਫ ਤੀਰਮਲ ਛੋਟਾ ਪੁੱਤਰਾ ਆਪਣੇ ਆਪ ਨੂੰ ਗੁਰਗੱਦੀ ਲਈ ਟਾਕਰੇ ਦਾ ਸਮਝਦਾ ਸੀ ਤੇ ਉਸਨੇ ਹੱਕ ਵੀ ਜਤਾਇਆ, ਪਰ ਉਸਦੇ ਸਾਹਸੀ ਸੁਭਾਅ ਤੇ ਚਾਲ ਚੱਲਣ ਦੀ ਫਿਤਰਤ ਉਸਦੇ ਰਾਹ ਦੀ ਰੁਕਾਵਟ ਬਣ ਗਈ। ਇਹ ਸ਼ੁਰੂ ਤੋਂ ਹੀ ਗੁਰੂ ਘਰ ਦਾ ਵਿਰੋਧੀ ਸੀ, ਇੱਥੋਂ ਤੱਕ ਕਿ ਗੰਗਾ ਸੁਪਾਨ ਵਿੱਚ ਵੀ ਇਹ ਦੁਸ਼ਮਣ ਦਾ ਸਾਥ ਦਿੰਦਾ। ਕਰਤਾਰਪੁਰ ਵੀ ਲੜਾਈ ਸਮੇਂ ਇਸਨੇ ਖੁੱਲੇ ਤੌਰ ਤੇ ਮੁਗਲ ਫੌਜ ਦੀ ਸਹਾਇਤਾ ਕੀਤੀ। ਗੁਰੂ ਹਰ ਰਾਏ ਸਾਹਿਬ ਵਿੱਚ ਉਹ ਸਾਰੀਆਂ ਖੂਬੀਆਂ ਮੌਜੂਦ ਸਨ ਜੋ ਗੁਰਗੱਦੀ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਯੋਗ ਸਨ। ਆਪਣੇ ਦਾਦਾ ਵਾਂਗ ਸ਼ਿਕਾਰ ਦੇ ਬਹੁਤ ਮਹਿਕੀਨ ਸੀ, ਪਰ ਜਾਨਵਰ ਨੂੰ ਮਾਰਨ ਦੀ ਬਜਾਏ ਫੜ ਕੇ ਲੈ ਆਉਂਦੇ ਤੇ ਆਪਣੇ ਬਾਗ ਵਿੱਚ ਉਸ ਦੀ ਪਾਲਣਾ ਕਰਦੇ। ਜ਼ਖਮੀ ਜਾਨਵਰ ਜਾਂ ਬਿਮਾਰ ਜਾਨਵਰ ਹੁੰਦੇ ਤਾਂ ਉਹਨਾਂ ਦਾ ਇਲਾਜ ਆਪਣੀ ਨਿਗਰਾਨੀ ਹੇਠ ਕਰਕੇ ਫਿਰ ਖੁੱਲਾ ਛੱਡ ਦਿੰਦੇ। ਉਹ ਸਾਰੀ ਜ਼ਿੰਦਗੀ ਤਾਣ ਹੁੰਦਿਆਂ ਵੀ ਨਿਤਾਣੇ ਤੇ ਮਾਨ ਹੋਇਆ ਵੀ ਨਿਮਾਣੇ ਰਹੇ। ਕਈ ਮੌਕੇ ਆਏ, ਵਿਰੋਧੀਆਂ ਨੇ ਹਲਾ ਵੀ ਬੋਲਿਆ, ਸ਼ਰਾਰਤਾਂ ਵੀ ਕੀਤੀਆਂ, ਪਰ ਆਪਣੀ ਸੂਝ-ਬੂਝ ਨਾਲ ਆਉਣ ਵਾਲੇ ਖਤਰੇ ਨੂੰ ਟਾਲਿਆ। ਉਹ ਕਿਸੇ ਦਾ ਦਿਲ ਦੁਖਾਣਾ ਪਾਪ ਸਮਝਦੇ ਸੀ। ਫਰੀਦ ਜੀ ਦਾ ਇਹ ਸਲੋਕ ਬੜੇ ਪਿਆਰ ਨਾਲ ਉਚਾਰਿਆ ਕਰਦੇ ਸੀ, ਸਤਨਾ ਮਨ ਮਾਣਿਕ ਠਾਹਣੂ ਮੂਲੇ ਮਚੰਗਾਵਾ, ਜੋ ਤੋ ਪਿਰਿਆਦੀ ਸਿੱਖਿਆਓ ਨੰਨਾ ਠਹੇ ਕਹੇ ਦਾ 11 ਅੰਗ 1384। ਫਾਰਸੀ ਦਾ ਇੱਕ ਬੰਦ ਕਿਹਾ ਕਰਦੇ ਸਨ ਕਿ ਰੱਬ ਕਹਿੰਦਾ ਹੈ ਕਿ ਮੈਂ ਤੁਹਾਨੂੰ ਮੰਦਿਰ ਜਾਂ ਮਸਜਿਦ ਨੂੰ ਟਾਉਣ ਦੀ ਆਗਿਆ ਦੇ ਸਕਦਾ ਹਾਂ, ਪਰ ਕਿਸੇ ਦੇ ਦਿਲ ਤੋੜਨ ਦੀ ਨਹੀਂ, ਕਿਉਂਕਿ ਮੰਦਿਰ ਮਸਜਿਦਾਂ ਦੀ ਉਸਾਰੀ ਫਿਰ ਕੀਤੀ ਜਾ ਸਕਦੀ ਹੈ ਪਰ ਦਿਲ ਦੀ ਨਹੀਂ। ਆਪ ਸਾਰੀ ਉਮਰ ਇੱਕ ਪਾਸੇ ਨਿਰਭਉ ਤੇ ਸੂਰਬੀਰਤਾ ਦਾ ਤੇ ਦੂਜੇ ਪਾਸੇ ਤਰਸ ਦਇਆ, ਕੋਮਲਤਾ ਤੇ ਪ੍ਰੇਮ ਦੇ ਉਪਾਸ਼ਕ ਰਹੇ। ਕਹਿੰਦੇ ਹਨ ਹਰ ਵਿਅਕਤੀ ਦੀ ਸ਼ਖਸੀਅਤ ਵਿੱਚ ਕੋਈ ਖਾਸ ਗੁਣ ਹੁੰਦਾ ਹੈ ਜੋ ਉਸ ਦੀ ਪਹਿਚਾਣ ਬਣਦੀ ਹੈ। ਕੋਈ ਯੋਧਾ, ਕੋਈ ਦੇਸ਼ ਭਗਤ, ਕੋਈ ਸਿਪਾਹੀ ਤੇ ਕੋਈ ਜਰਨੈਲ, ਕੋਈ ਨੀਤੀਵਾਨ ਤੇ ਕੋਈ ਵਿਦਵਾਨ, ਕੋਈ ਦਾਨੀ ਤੇ ਕੋਈ ਦਇਆਵਾਨ, ਪਰ ਗੁਰੂ ਹਰ ਰਾਏ ਸਾਹਿਬ ਵਿੱਚ ਇਹ ਸਾਰੇ ਗੁਣ ਮੌਜੂਦ ਸਨ। ਵਿਆਹ ਅਨੂਪ ਨਗਰ, ਬੁਲੰਦ ਸ਼ਹਿਰ ਯੂਪੀ ਦੇ ਨਿਕਾਸੀ ਵਾਇਆ ਰਾਮ ਦੀ ਸੁਪੁੱਤਰੀ ਮਾਤਾ ਸੁਖਣੀ ਜੀ ਨਾਲ ਜੂਨ 1640 ਵਿੱਚ ਹੋਇਆ, ਜਿਨ੍ਹਾਂ ਦੀ ਕੁੱਖੋਂ ਪੁੱਤਰਾਂ ਤੇ ਇੱਕ ਧੀ ਨੇ ਜਨਮ ਲਿਆ, ਰਾਮ ਰਾਏ, ਹਰਕ੍ਰਿਸ਼ਨ ਜੀ ਤੇ ਬੀਬੀ ਅਨੂਪ ਕੌਰ। ਮਾਤਾ ਸੁਲੱਖਣੀ ਨੂੰ ਕੋਟ ਕਲਿਆਈ ਤੇ ਡਿਬੇਟੀ ਵੀ ਕਿਹਾ ਜਾਂਦਾ ਸੀ, ਕਿਉਂਕਿ ਉਹ ਭੇਟ ਕਲਿਆਣ ਪਿੰਡ ਦੇ ਰਹਿਣ ਵਾਲੇ ਸੀ ਤੇ ਇਸ ਕਰਕੇ ਕਿ ਉਹਨਾਂ ਦੇ 3 ਬੱਚੇ ਸੀ। ਜਦੋਂ ਛੇਤੀ ਪਾਤਸ਼ਾਹ ਨੂੰ ਲੱਗਾ ਕਿ ਉਹਨਾਂ ਦੇ ਜੋਤੀ ਜੋੜ ਸਮਾਨ ਦਾ ਵਰਤ ਆ ਚੁੱਕਾ ਹੈ ਤਾਂ ਗੁਰੂ ਹਰ ਰਾਏ ਸਾਹਿਬ ਹਰ ਪੱਖੋਂ ਕਾਬਲੀਅਤ ਜਾਣ ਕੇ
ਭਾਈ ਦਰਗਾਹ ਮਸਜਿਦ ਕੋਲੋਂ ਰਸਮ ਅਦਾ ਕਰਵਾ ਕੇ 3 ਮਾਰਚ 164 ਗੁਰਗੱਦੀ ਦੀ ਪਾਤਸ਼ਾਹੀ ਗੁਰੂ ਹਰ ਰਾਏ ਸਾਹਿਬ ਨੂੰ ਸੌਂਪ ਦਿੱਤੀ। ਉਸ ਵੇਲੇ ਉਹ ਕੇਵਲ 14 ਸਾਲ ਦੇ ਸਨ। ਗੁਰਗੱਦੀ ਤੇ ਬੈਠਦਿਆਂ ਸਾਰ ਧਰਮ ਪ੍ਰਚਾਰ ਦੀ ਲਹਿਰ ਜਾਰੀ ਰੱਖਦਿਆਂ ਕਿਰਤ ਕਰਨਾ, ਵੰਡ ਕੇ ਛਕਣਾ, ਸਿਮਰਨ ਤੇ ਸੇਵਾ ਕਰਨ ਲਈ ਸਿੱਖਾਂ ਨੂੰ ਉਤਸ਼ਾਹਿਤ ਕੀਤਾ ਤੇ ਇਸ ਉਦੇਸ਼ ਦੀ ਪੂਰਤੀ ਲਈ ਪ੍ਰਚਾਰਕਾਂ ਦੀ ਨਿਯੁਕਤੀ ਕੀਤੀ ਤੇ ਦੂਰ ਦੁਰਾਡੇ ਭੇਜਿਆ। ਗੁਰੂ ਘਰ ਦੇ ਸੰਗਰਖਾਨੇ ਵਾਸਤੇ ਵੀ ਆਦੇਸ਼ ਸੀ ਕਿ ਕੋਈ ਭੁੱਖਾ ਲੋੜਵੰਸ਼ ਨੂੰ ਨਿਰਾਸ਼ ਨਾ ਜਾਣ ਦਿੱਤਾ ਜਾਏ, ਚਾਹੇ ਉਹ ਕਿਸੇ ਵੇਲੇ ਜਾਂ ਕੁਵੇਲੇ ਵੀ ਆਏ। ਨਿਤਨੇਮ ਪਹਿਰ ਰਾਤ ਉੱਠਦੇ, 5 ਇਸ਼ਨਾਨ ਕਰਕੇ ਸੈਰ ਨੂੰ ਜਾਂਦੇ, ਫਿਰ 100 ਗਾਗਰਾਂ ਨਾਲ ਇਸ਼ਨਾਨ ਕਰਕੇ ਸੰਗਤ ਵਿੱਚ ਪੁੱਜਦੇ। ਸ਼ਬਦ ਕੀਰਤਨ ਤੋਂ ਬਾਅਦ ਸੰਗਤ ਦੇ ਮੌਕੇ ਦੂਰ ਕਰਦੇ। ਦੁਪਹਿਰ ਨੂੰ ਥੋੜਾ ਆਰਾਮ ਕਰਕੇ ਸ਼ਿਕਾਰ ਖੇਡਣ ਨੂੰ ਚਲੇ ਜਾਂਦੇ। ਸ਼ਾਮ ਨੂੰ ਆਪ ਕਥਾ ਕਰਦੇ ਤੇ ਰਹਿਰਾਸ ਮੰਦਰ ਦਾ ਪਾਠ ਕਰਕੇ ਲੰਗਰ ਛਕ ਕੇ ਆਰਾਮ ਕਰਨ ਨੂੰ ਚਲੇ ਜਾਂਦੇ। ਦੇ ਪਾਤਸ਼ਾਹ ਨੇ ਸਿੱਖ ਲਹਿਰ ਦਾ ਮੁਰਸ਼ ਹਕੂਮਤ ਨਾਲ ਖੂਨੀ ਟਕਰਾਅ ਸ਼ੁਰੂ ਹੋ ਗਿਆ ਸੀ, ਜਿਸ ਨੂੰ ਪੂਰੀ ਤਰ੍ਹਾਂ ਸੰਗਠਿਤ ਹੈ ਸਿੱਖ ਸੰਗਤਾਂ ਨੇ ਸੰਭਾਲਿਆ ਸੀ। ਗੁਰੂ ਹਰ ਰਾਏ ਸਾਹਿਬ ਵੇਲੇ ਵੀ ਕੋਈ ਹਾਲਤ ਸ਼ਾਸਗਾਰ ਨਹੀਂ ਸਨ। ਗੁਰੂ ਹਰਗੋਬਿੰਦ ਸਾਹਿਬ ਦੇ ਹੁਕਮ ਅਨੁਸਾਰ ਉਹਨਾਂ ਨੇ 400 ਜੰਗ ਜੋਧ ਤੇ ਸੂਰਬੀਰ ਘੋੜ ਸਵਾਰ ਲਏ। ਸੋਨਾ ਅੰਗ ਰੱਖਿਅਕ ਸੀ ਤੇ ਹਮੇਸ਼ਾ ਉਹਨਾਂ ਦੇ ਨਾਲ ਰਹਿੰਦੇ, ਪਰ ਇਹ ਗੁਰੂ ਸਾਹਿਬ ਦਾ ਫੈਸਲਾ ਤੇ ਕੋਸ਼ਿਸ਼ ਸੀ ਕਿ ਫੌਜ ਨੂੰ ਲੜਾਈ ਵਿੱਚ ਨਹੀਂ ਸਨ। ਇਸ ਲਈ ਭਾਰਤ ਦੀ ਨਜਾਕਤ ਵੇਖ ਕੇ ਦੇਸ਼ ਦੇ ਵਿਚਲੇ ਉਤਾਰਾ ਚੜਾਵਾਂ ਵਿੱਚ ਆਪਣੇ ਆਪ ਨੂੰ ਨਿਰਪੱਖ ਰੱਖਿਆ। ਸਿੱਖ ਰਿਆਸਤਾਂ ਨੂੰ ਮੁਗਲਾਂ ਅਤੇ ਕੈਲੂਰ ਦੀਆਂ ਰਿਆਸਤਾਂ ਵਿੱਚ ਉਹ ਸਥਾਨ ਨਹੀਂ ਦਿੱਤਾ। ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਵੀ ਲੜਾਈ ਨਹੀਂ ਲੜੀ। ਵਿਰੋਧੀਆਂ ਨੇ ਕਈ ਵਾਰ ਹਲਾਵੀ ਬੋਲਿਆ ਸੀ, ਤੱਕ ਨਿਖੜ ਆ ਗਈ, ਪਰ ਗੁਰੂ ਸਾਹਿਬ ਨੇ ਆਪਣੀ ਸੂਝ ਤੇ ਸਿਆਣਪ ਨਾਲ ਆਪ ਵਾਸੇ ਖੜਕੇ ਨੂੰ ਟਾਲਿਆ। ਪੀਰ ਮਲ ਨੇ ਵਿਰੋਧ ਕੀਤੀ, ਪਰ ਗੁਰੂ ਸਾਹਿਬ ਚੁੱਪ ਰਹੇ। ਬਾਜਸਥਾਨ ਦੇ ਪੁੱਤਰਾਂ ਦੀ ਸਖਤ ਨਸ਼ੀਨੀ ਦੀ ਜੰਗ ਵੇਲੇ ਵੀ ਖਤਰਾ ਸਿਰ ਤੇ ਆਣ ਪਿਆ, ਪਰ ਆਪਣੇ ਆਪ ਨੂੰ ਅਸਰ ਰੱਖਿਆ, ਜਿਸ ਕਰਕੇ ਸਿੱਖਾਂ ਵਿੱਚ ਜੋਸ਼ ਦੇ ਨਾਲ-ਨਾਲ ਹੋਸ਼ ਤੇ ਸਹਿਨਸ਼ੀਲਤਾ ਵਾਲੇ ਵੀ ਗੁਣ ਪੈਦਾ ਹੋਏ। ਗੁਰੂ ਹਰ ਰਾਏ ਵਕਤ ਮੁਗਲ ਹਕੂਮਤ ਸਿੱਖ ਲਹਿਰ ਦੇ ਕਾਫੀ ਨੇੜੇ ਹੋ ਗਈ। ਕੁਝ ਮੁਗਲ ਹਕੂਮਤ ਦੇ ਹਾਲਤ ਵੀ ਇਹੋ ਜਿਹਾ ਸੀ। ਮੁਗਲ ਬਾਦਸ਼ਾਹ ਸ਼ਾਹਜਹਾਨ ਕਾਫੀ ਸਮੇਂ ਤੋਂ ਦੱਖਣ, ਮੱਧ ਭਾਰਤ ਤੇ ਬੰਗਾਲ ਦੀਆਂ ਬਗਾਵਤ ਵਿੱਚ ਰੁੱਝਿਆ ਰਿਹਾ। ਫਿਰ ਛੇਤੀ ਹੀ ਰਾਜਗਦੀ ਪਿੱਛੇ ਆਪਣੇ ਪੁੱਤਰਾਂ ਵਿੱਚ ਖਾਨਾ ਜੰਗੀ ਸ਼ੁਰੂ ਹੋ ਗਈ, ਜਿਸ ਕਰਕੇ ਉਸਨੇ ਇਧਰ ਕੋਈ ਧਿਆਨ ਨਹੀਂ ਦਿੱਤਾ। ਗੁਰੂ ਸਾਹਿਬ ਨੂੰ ਕਾਫੀ ਸਮਾਂ ਮਿਲ ਗਿਆ ਅਮਨ ਸ਼ਾਂਤੀ ਵਿੱਚ ਰਹਿਣ ਦਾ, ਜਿਸ ਵਿੱਚ ਉਹਨਾਂ ਨੇ ਲਿਖੀ ਪ੍ਰਾਰ ਤੇ ਪ੍ਰਸਾਰ ਤੇ ਜ਼ੋਰ ਦਿੱਤਾ। ਸ਼ਾਇਦ ਇਸੇ ਕਰਕੇ ਗੁਰੂ ਸਾਹਿਬ ਕੋਲ ਫੇਰ ਹੁੰਦਿਆਂ ਵੀ ਕੋਈ ਮੰਗ ਨਹੀਂ ਹੋਈ। ਇੱਕ ਛੋਟੀ ਸਹੀ ਲੜਾਈ ਜਦੋਂ ਗੁਰੂ ਸਾਹਿਬ ਦੁਆਬੇ ਵਿੱਚ ਵਿਚਰ ਰਹੇ ਸਨ, ਮੁਖਲਿਸ ਖਾਨ ਦੇ ਪੋਤੇ ਉਮਰ ਹਯਾਤ ਖਾਨ ਨੂੰ, ਜਿਸ ਦਾ ਪਿਤਾ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਲੜਾਈ ਵਿੱਚ ਮਾਰਿਆ ਗਿਆ ਸੀ, ਆਪ ਤੇ ਰਲਾ ਖੋਲ ਦਿੱਤਾ। ਆਪਸੀ ਭਾਈ ਭਗਤੂ ਦਾ ਪੁੱਤਰ ਰੀੜਾ ਕੁਝ ਚੋਣਵੇਂ ਸਿਆਹੀਆਂ ਨਾਲ ਆ ਰਿਹਾ ਸੀ, ਜਿਸ ਨੇ ਹਯਾਤ ਖਾਨ ਨੂੰ ਕਰਾਰੀ ਰਾਤ ਦਿੱਤੀ। ਬਸ ਲੜਾਈ ਦੇ ਨਾਮ ਤੇ ਗੁਰੂ ਹਰ ਰਾਏ ਸਾਹਿਬ ਵੇਲੇ ਇਤਨਾ ਕੁਝ ਹੀ ਹੋਇਆ। ਗੁਰੂ ਨਾਨਕ ਸਾਹਿਬ ਨੇ ਆਪਣੀ ਉਦਾਸੀ ਦੇ ਆਰੰਭ ਵਿੱਚ ਕਨਵੀਆਂ ਨਾਲ ਪਿਆਰ ਕਰਕੇ ਇਨਸਾਨੀ ਹਮਦਰਦੀ ਦਾ ਅਸਲੀ ਸਬੂਤ ਦਿੱਤਾ। ਗੁਰੂ ਅਰਜਨ ਦੇਵ ਜੀ ਨੇ ਕੋਹੜੀਆਂ ਲਈ ਘਰ ਬਣਵਾਏ, ਪ੍ਰਾਂਤ ਤੋਂ ਸਟਾਨ ਖੇਮੀ, ਜਿਸ ਵਿੱਚ ਅੱਗੇ ਸਿਆਣੇ ਵੈਦ ਹਕੀਮ ਰੱਖੇ। ਆਪ ਵੀ ਦੁਖੀ, ਲੋੜਵੰਦਾਂ ਤੇ ਰੋਗੀਆਂ ਨਾਲ ਅਥਾਹ ਪਿਆਰ ਕਰਦੇ ਸੀ। ਜਿੱਥੇ ਆਪ ਨਾਮ ਦਾਰੂ, ਇੱਥੇ ਲੋਕਾਂ ਨੂੰ ਅਰੋਗ ਤੇ ਸੁਖੀ ਰੱਖਦੇ ਸੀ, ਉੱਥੇ ਆਪ ਰੰਗੀਆਂ ਦਾ ਇਲਾਜ ਕਰਕੇ ਉਹਨਾਂ ਨੂੰ ਅਯੋਗ ਵੀ ਕਰਦੇ। ਜਿਤਨਾ ਵਕਤ ਬਰਦਾਂ ਦਵਾਖਾਨ ਤੇ ਫਾਖਾਨੇ ਵਿੱਚ ਪੌੜੀਆਂ ਦੀ ਸੇਵਾ ਤੇ ਦਵਾ ਦਾਰੂ ਵਿੱਚ ਲਗਾ ਦਿੰਦੇ। ਆਪਸੀ ਨੇ ਪੰਛੀਆਂ ਦੇ ਦਵਾ ਦਾਰੂ ਦਾ ਇੰਤਜ਼ਾਮ ਵੀ ਕੀਤਾ। ਜਦੋਂ ਹਿੰਦੁਸਤਾਨ ਦਾ ਬਾਦਸ਼ਾਹ ਸ਼ਾਹਜਹਾਨ ਦਾ ਸਭ ਤੋਂ ਵੱਡਾ ਤੇ ਪਿਆਰਾ ਪੁੱਤਰ ਦਾਰਾ ਸ਼ਿਕੋਹ, ਜੋ ਇੱਕ ਸੂਫੀ ਤਬੀਅਤ ਤੇ ਖਾਣਾ ਖੇਡ ਸੁਣਾ ਇਨਸਾਨ ਸੀ, ਸ਼ਾਹਜਹਾਂ ਇਸ ਨੂੰ ਵੱਡਾ ਤੇ ਬਾਕੀਆਂ ਨਾਲੋਂ ਸਮਝਦਾਰ ਹੋਣ ਕਰਕੇ ਗੱਦੀ ਦਾ ਹੱਕਦਾਰ ਸਮਝਦਾ ਸੀ। ਔਰੰਗਜ਼ੇਬ ਲਾਲਚੀ, ਚੁਸਤ, ਚਲਾਕ ਤੇ ਵਾਲਾਂ ਬਲਨ ਵਿੱਚ ਮਾਹਿਰ ਹੀ ਸਾਰੀ ਦੀ ਸਾਰੀ ਹਕੂਮਤ ਨੂੰ ਹੜਪ ਕਰਨ ਦੀ ਤਮੰਨਾ ਰੱਖਦਾ ਸੀ। ਆਪਣੀ ਇਸ ਇੱਛਾ ਪੂਰਤੀ ਲਈ ਦਾਰਾ ਨੂੰ ਰਸੋਈਏ ਨਾਲ ਮਿਲ ਕੇ ਜ਼ੋਰ ਦੀ ਖੁਸ਼ੀ ਦਾ ਵਾਲ ਖੁਆ। ਇੱਕ ਵਾਰਾ ਇਤਨਾ ਸਖਤ ਬਿਮਾਰ ਹੋ ਗਿਆ, ਠੀਕ ਕਰਨ ਦੀ ਕੋਈ ਆਸ ਨਾ ਰਹੀ। ਸ਼ਾਹਜਹਾਂ ਨੇ ਆਪਣੇ ਪੁੱਤਰ ਦੀ ਸਲਾਮਤੀ ਵਾਸਤੇ ਕੋਈ ਜਗੀਰ, ਕੋਈ ਵੈਦ, ਕੋਈ ਹਕੀਮ ਨਾ ਛੱਡਿਆ। ਆਖਤੀ ਕਿਸੇ ਹਕੀਮ ਨੇ ਇੱਕ ਖਾਸ ਦਵਾਈ ਦੀ ਦੱਸ ਪਾਈ, ਜੋ ਸਿਰਫ ਤੇ ਸਿਰਫ ਗੁਰੂ ਹਰ ਰਾਏ ਸਾਹਿਬ ਦੇ ਦਵਾਖਾਨੇ ਵਿੱਚ ਸੀ। ਪਹਿਲੇ ਤਾਂ ਸ਼ਾਹਜਹਾਂ ਹਿਚਕਚਾਇਆ, ਕਿਉਂਕਿ ਸਿੱਖਾਂ ਤੇ ਮੁਗਲ ਹਕੂਮਤ ਵੱਲੋਂ ਕੀਤੇ ਜ਼ੁਲਮਾਂ ਦਾ ਉਸਨੂੰ ਅਹਿਸਾਸ ਸੀ। ਪਰ ਗੁਰੂ ਘਰ ਦੀ ਮਰਿਆਦਾ ਇਸ ਤਰ੍ਹਾਂ ਦੀ ਨਹੀਂ ਸੀ ਕਿਸੇ ਲੋੜਵੰਦ ਨੂੰ ਖਾਸੀ ਤੋਰਿਆ ਜਾਵੇ। ਸ਼ਾਹਜਹਾਂ ਨੇ ਆਪਣੇ ਵਜ਼ੀਰ ਨੂੰ ਬੇਨਤੀ ਪੱਤਰ ਨਾਲ ਭੇਜਿਆ। ਗੁਰੂ ਸਾਹਿਬ ਨੇ ਝੱਟ ਦਵਾਈ ਭੇਜ ਦਿੱਤੀ ਤੇ ਦਾਰਾ ਕੁਝ ਦਿਨ ਬਾਅਦ 9 ਹੋ ਗਿਆ। ਦਾਤਾ ਵੈਸੇ ਵੀ ਗੁਰੂ ਘਰ ਨਾਲ ਸਨੇਹ ਰੱਖਦਾ ਸੀ। ਉਹ ਸੰਸਕ੍ਰਿਤ ਦਾ ਚੰਗਾ ਆਲਮ, ਸੂਫੀ ਫਲਸਫੀ ਦਾ ਮਾਹਿਰ ਤੇ ਪਕਾ ਦਿੱਤੀ ਹੋਣ ਕਰਕੇ ਹਿੰਦੂ ਤੇ ਮੁਸਲਮਾਨ ਫਕੀਰਾਂ ਨਾਲ ਦਿਲੀ ਅਕੀਦਤ ਰੱਖਦਾ ਸੀ। ਹਿੰਦੂ ਮੁਸਲਮਾਨਾਂ ਨਾਲ ਇੱਕੋ ਜਿਹਾ ਸਲੂਕ ਕਰਦਾ ਸੀ, ਜਿਸ ਕਰਕੇ ਔਰੰਗਜ਼ੇਬ ਉਸ ਨੂੰ ਫਿਰ ਕਹਿੰਦਾ ਸੀ। ਜਦੋਂ ਦਾਰਾ ਨੂੰ ਪਤਾ ਚੱਲਿਆ ਕਿ ਉਹ ਗੁਰੂ ਹਰ ਰਾਏ ਸਾਹਿਬ ਦੀ ਦਵਾਈ ਨਾਲ ਠੀਕ ਹੋਇਆ ਹੈ, ਤਾਂ ਉਸਦੀ ਉਹਨਾਂ ਦੇ ਦਰਸ਼ਨਾਂ ਦੀ ਬਾਹ ਹੋਰ ਵੱਧ ਗਈ ਤੇ ਹੋਰ ਦਰਸ਼ਨਾਂ ਲਈ ਇੱਕ ਜਾਰੀ ਨਹੀਂ ਬਲਕਿ ਕਈ ਵਾਰੀ ਗਿਆ। ਸਮੇਂ ਦੇ ਪਰਿਵਰਤਨ ਦੇ ਨਾਲ-ਨਾਲ ਗੁਰੂ ਹਰ ਰਾਏ ਸਾਹਿਬ ਦਾ ਗੁਰਮਤ ਤੋਂ ਸ਼ਸਤਰ ਵਿਦਿਆ ਦਾ ਪ੍ਰਚਾਰ ਵੀ ਕੋਨੇ-ਕੋਨੇ ਤੱਕ ਫੈਲ ਗਿਆ ਸੀ। ਸਿੱਖਾਂ ਦੀ ਗਿਣਤੀ ਦਿਨ-ਬਦਿਨ ਵੱਧ ਰਹੀ ਸੀ। ਇਸ ਕੰਮ ਵਾਸਤੇ ਦੂਰ ਨੇੜੇ ਜੇਦੀ ਦੀ ਲੋੜ ਪੈਂਦੀ, ਢੇਰੀ ਚੰਗੇ ਵਿਦਵਾਨ ਸਿੱਖਾਂ ਨੂੰ ਭੇਜ ਦਿੰਦੇ ਤੇ ਲੋੜ ਹੁੰਦੀ ਤਾਂ ਖੁਦ ਵੀ ਚਲੀ ਜਾਂਦੀ। ਜਿਸ ਦਾ ਨਤੀਜਾ ਇਹ ਹੋਇਆ ਕਿ ਉਹਨਾਂ ਦੇ ਘੋੜ ਸਵਾਰਾਂ ਦੀ ਗਿਣਤੀ ਵੱਧਦੀ ਚਲੀ ਗਈ। ਅਸਤਰ ਸ਼ਸਤਰ ਤੇ ਤੋਪਾਂ ਵੀ ਕਾਫੀ ਇਕੱਠੀਆਂ ਹੋ ਗਈਆਂ। ਇਸੇ ਦੌਰਾਨ ਖਬਰ ਆਈ ਸੀ ਦਾਰਾ ਸ਼ਿਕੋਹ ਬਾਪੂਗੜ੍ਹ ਦੇ ਮੈਦਾਨ ਵਿਖੇ ਔਰੰਗਜ਼ੇਬ ਤੋਂ ਹਾਰ ਗਿਆ ਹੈ। ਦਾਰਾ ਸ਼ਿਕੋਹ ਬੜੀ ਮੁਸ਼ਕਲ ਨਾਲ ਬਿਆਸ ਦਰਿਆ ਪਾਰ ਕਰਕੇ ਲਾਹੌਰ ਵੱਲ ਤੁਰਿਆ। ਉਸ ਦੇ ਨਾਲ 20,000 ਫੌਜਾਂ ਵੀ ਸਨ। ਔਰੰਗਜ਼ੇਬ ਦੀਆਂ ਫੌਜਾਂ
ਉਸ ਦਾ ਪਿਛਾਹ ਕਰ ਰਹੀਆਂ ਸਨ। ਰਾਹ ਵਿੱਚ ਤਰਨਤਾਰਨ ਦੇ ਸਥਾਨ ਤੇ ਗੁਰੂ ਹਰ ਰਾਏ ਸਾਹਿਬ ਨੂੰ ਮਿਲਿਆ ਤੇ ਬੇਨਤੀ ਕੀਤੀ ਕਿ ਅਗਰ ਔਰੰਗਜ਼ੇਬ ਦੀਆਂ ਫੌਜਾਂ ਨੂੰ ਗੋਇੰਦਵਾਲ ਦੇ ਪਤਨ ਤੇ ਰੋਕਿਆ ਜਾ ਸਕੇ ਤਾਂ ਮੋਰਚਾ ਬਚ ਸਕਦਾ ਹੈ। ਗੁਰੂ ਸਾਹਿਬ ਨੇ ਉਸ ਨੂੰ ਦਿਲਾਸਾ ਦਿੱਤਾ ਤੇ ਦਰਿਆ ਨੂੰ ਸਾਰੀਆਂ ਪੌੜੀਆਂ ਹਟਾ ਲਈਆਂ ਤਾਂ ਕਿ ਦਾਰਾ ਨੂੰ ਲਾਹੌਰ ਪਹੁੰਚਣ ਦਾ ਵਕਤ ਮਿਲ ਜਾਏ। ਉਹ ਲਾਹੌਰ ਪਹੁੰਚ ਵੀ ਗਿਆ ਪਰ ਕਿਸੇ ਗਦਾਰ ਦੇ ਕਾਰਨ ਔਰੰਗਜ਼ੇਬ ਦੇ ਘਰ ਫੜਿਆ ਗਿਆ। ਦਾਰਾ ਤੇ ਉਸਦੇ ਸਾਥੀਆਂ ਨੂੰ ਬੁਰੀ ਤਰ੍ਹਾਂ ਕਤਲ ਕਰ ਦਿੱਤਾ ਗਿਆ। ਜਿਨ੍ਹਾਂ ਭਰਾਵਾਂ ਦੀ ਮਦਦ ਨਾਲ ਦਾਰਾ ਨੂੰ ਕਰਾਇਆ ਸੀ ਉਹਨਾਂ ਨੂੰ ਵੀ ਕਤਲ ਕਰਵਾ ਕੇ ਖੁਦ ਤਖਤੇ ਹਾਊਸ ਦਾ ਮਾਲਕ ਬਣ ਗਿਆ। ਬੁੱਢੇ ਪਿਓ ਨੂੰ ਆਗਰੇ ਦੇ ਕਿਸੇ ਵਿੱਚ ਨਜ਼ਰਬੰਦ ਕਰਵਾ ਦਿੱਤਾ ਤੇ ਪਾਣੀ ਵੀ ਨਾ ਦਿੱਤਾ। ਸ਼ਾਹਾਂ ਦੇ ਆਪਣੇ ਲਫ਼ਜ਼ ਸਨ, ਹਿੰਦੂ ਤੇ ਫਿਰ ਵੀ ਮਰਨ ਵਾਲੇ ਦੇ ਮੂੰਹ ਵਿੱਚ ਗੰਗਾ ਜਲ ਪਾ ਦਿੰਦੇ ਹਨ। ਤੂੰ ਤੇ ਆਪਣੇ ਬਾਪ ਨੂੰ ਪਾਣੀ ਨੂੰ ਵੀ ਤਰਸਾ ਕੇ ਮਾਰ ਦਿੱਤਾ ਹੈ। ਇਸ ਤਰ੍ਹਾਂ ਕੋਰ ਅਪਰਾਧੀ ਹੋਣ ਦੇ ਬਾਵਜੂਦ ਉਹ ਸਾਰੀ ਵਿਗੀ ਪਾਕ ਮੋਮਨਾ ਵਾਂਗ ਪੰਕਾ ਸ਼ਰਈ ਤੇ ਦੀਨਦਾਰ ਬਣਿਆ ਰਿਹਾ ਜਦ ਤੱਕ ਗੁਰੂ ਗੋਬਿੰਦ ਸਿੰਘ ਨੇ ਉਸ ਦਾ ਅਸਲੀ ਚਿਹਰਾ ਸਾਹਮਣੇ ਨਹੀਂ ਕੀਤਾ। ਔਰੰਗਜ਼ੇਬ ਨੇ ਗਈ ਹਾਸਲ ਕਰਦਿਆਂ ਆਪਣੇ ਗੁਨਾਹਾਂ ਤੇ ਪਰਦਾ ਪਾਉਣ ਲਈ ਤੇ ਆਪਣੇ ਆਪ ਨੂੰ ਇੱਕ ਸਭਾ ਮੁਸਲਮਾਨ ਸਾਬਤ ਕਰਨ ਲਈ ਬਨਾਰਸ, ਮਥੁਰਾ, ਜੈਪੁਰ, ਜੋਧਪੁਰ ਦੇ ਮੰਦਰਾਂ ਨੂੰ ਬੋਹਾ ਉਸ ਉੱਤੇ ਮਸੀਤਾਂ ਬਣਵਾਈਆਂ, ਹਿੰਦੂਆਂ ਦੇ ਤੀਰਥਾਂ ਤੇ ਜ਼ਰੀਏ ਲਗਾਤੇ, ਬੁੱਤ ਪੂਜਾ ਹੁਕਮਨ ਬੰਦ ਕਰਵਾ ਦਿੱਤਾ, ਹਿੰਦੂਆਂ ਨੂੰ ਸਰਕਾਰੀ ਨੌਕਰੀਆਂ ਤੋਂ ਹਟਾ ਦਿੱਤਾ। ਜੋਗੀ ਮੰਨਿਆਸੀ, ਵੈਰਾਗੀ, ਸਵਈਏ ਤੇ ਸੀਰਤਕਾਰਾਂ ਨੂੰ ਦੇਸ਼ ਤੋਂ ਕਰ ਸਾਰੇ ਭਾਗ ਰੰਗ ਜੋ ਅਕਬਰ ਦੇ ਜ਼ਮਾਨੇ ਤੋਂ ਚਲੇ ਆ ਰਹੇ ਸੀ ਬੰਦ ਕਰਵਾ ਦਿੱਤੇ। ਮੁਸਲਮਾਨਾਂ ਤੇ ਵੀ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ। ਇਸ ਵਰਤ ਸਿੱਖ ਵੀ ਉਸ ਦੀ ਸੀਨਾ ਚੋਰੀ ਤੋਂ ਬਚ ਨਹੀਂ ਸਕੇ। ਜਿਨ੍ਹਾਂ ਨੇ ਦਾਰਾ ਸ਼ਿਕੋਹ ਦੀ ਮਦਦ ਕੀਤੀ ਸੀ ਹੁਣ ਉਹਨਾਂ ਦੀ ਵਾਰੀ ਆਈ। ਦਾਰਾ ਸ਼ਿਸ਼ੋਰ ਦਾ ਗੁਰੂ ਸਾਹਿਬ ਕੋਲ ਆਣਾ ਜਾਣਾ ਕਾਫੀ ਸੀ। ਇਸ ਕਰਕੇ ਸਾਰੇ ਗੁਰੂਦੁਆਰੇ ਜੋ ਨਗਰਾਂ ਤੇ ਸ਼ਹਿਰਾਂ ਵਿੱਚ ਸਨ ਸ਼ਾਹ ਵਿਖੇ ਗਏ ਤੇ ਸਿੱਖੀ ਪ੍ਰਚਾਰਕ ਉੱਥੋਂ ਕੱਢ ਦਿੱਤੇ ਗਏ। ਇਹ ਲਪਰਾਂ ਕੀਰਤਪੁਰ ਸਾਹਿਬ ਵੀ ਪਹੁੰਚੀਆਂ। ਹਰ ਰਾਏ ਸਾਹਿਬ ਨੂੰ ਦਿੱਲੀ ਪਹੁੰਚਣ ਦਾ ਪਰਵਾਨਾ ਭੇਜ ਦਿੱਤਾ ਗਿਆ। ਗੁਰੂ ਸਾਹਿਬ ਖੁਦ ਤਾਂ ਨਹੀਂ ਗਏ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਸੀ ਕਿ ਮਲੇਛਾ ਕੇ ਮੱਥੇ ਨਹੀਂ ਲੱਗਣਾ। ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਭੇਜ ਦਿੱਤਾ ਹਿਦਾਇਤਾਂ ਦੇ ਨਾਲ, ਸਭ ਤੋਂ ਮੂੰਹ ਨਹੀਂ ਮੋੜਨਾ, ਕਿਸੇ ਤੋਂ ਡਰਨਾ ਨਹੀਂ ਤੇ ਹਰ ਸਵਾਲ ਦਾ ਸਹੀ ਉੱਤਰ ਦੇਣਾ। ਰਾਮ ਰਾਏ ਨਾਲ ਭਾਈ ਗੁਰਦਾਸ ਤੇ ਭਾਈ ਤਾਰਾ ਨੂੰ ਭੇਜਣਾ ਕੀਤਾ। 24 ਘੋੜ ਸਵਾਰ ਤੇ 40 ਸਿੱਖ ਦੀ ਨਾਲ ਗਏ। ਰਾਮ ਰਾਏ ਅੰਬਾਲਾ ਤੇ ਪਾਨੀਪਤ ਹੁੰਦੇ ਦਿੱਲੀ ਚੰਦਰਾਫਾਸ ਖੇਤੀ ਕੋਲ ਲਿਖੇ ਅਜਕਲ ਮਜਨੂਨ ਦਾ ਇਲਾ ਹੈ ਟਿਕਾਣਾ ਕੀਤਾ। ਰਾਮ ਰਾਏ ਦਾ ਔਰੰਗਦੇਸ਼ ਤੇ ਬਹੁਤ ਚੰਗਾ ਪ੍ਰਭਾਵ ਪਿਆ। ਉਸਨੇ ਰੱਬ ਪ੍ਰਸ਼ਨ ਦਾ ਉਹ ਬੜੀ ਸੁਰਜੇ ਢੰਗ ਨਾਲ ਕੀਤਾ ਪਰ ਛੇਤੀ ਹੀ ਸ਼ਾਹੀ ਪ੍ਰਭਾਵ ਹਾਵੀ ਹੋਣ ਪਿਆ। ਕਰਮ ਵੱਡਾ ਨਾਲ ਬਾਦਸ਼ਾਹ ਦੀ ਸ਼ਾਮਤ ਵੀ ਹੋਣ ਲੱਗ ਪਈ। ਇੱਕ ਦਿਨ ਵਾਰਤਾ ਕਰਦਿਆਂ ਗੁਰੂ ਨਾਨਕ ਸਾਹਿਬ ਦੇ ਰਾਜ ਨੂੰ ਪਲਣਾ ਦਿੱਤਾ। ਜਦ ਇਹ ਘਟਨਾ ਕੀਰਤਪੁਰ ਸਾਹਿਬ ਪਹੁੰਚੀ ਤਾਂ ਗੁਰੂ ਸਾਹਿਬ ਨੇ ਉਸ ਨੂੰ ਕਦੇ ਨਾ ਮੱਥੇ ਲੱਗਣ ਦੀ ਹਿਦਾਇਤ ਲਿਖ ਕੇ ਦੇਣੀ ਰਾਹੀਂ ਭੇਜ ਦਿੱਤੀ ਤੇ ਸੰਗਤ ਨੂੰ ਜ਼ਿੰਦਾ ਦਿਲ ਕਰ ਦਿੱਤੀ। ਮਿੱਟੀ ਮੁਸਲਮਾਨ ਕੀ ਪੌੜਹੀ ਪਈ ਖੁਸ਼ਿਆਰ ਅੜੇ ਭਾਂਡੇ ਟਾਨ ਦੀਆਂ ਜਲਦੀ ਕਰੇ ਪੁਕਾਰ 11 ਦੀ ਮਿੱਟੀ ਮੁਸਲਮਾਨ ਨੂੰ ਮਿੱਟੀ ਬੇਈਮਾਨ ਕੀ ਕਰ ਦਿੱਤਾ। ਇਸ ਖਰਚ ਜਦ ਰਾਮ ਰਾਏ ਨੂੰ ਜਾਰੀ ਨਾ ਮਿਲੀ ਤਾਂ ਉਸਨੇ ਔਰੰਗਜ਼ੇਬ ਤੋਂ 70 ਮੌਕੇ ਆਪਣਾ ਵਾਜਾ ਦੇਹਰਾਦੂਨ ਕਰ ਲਿਆ। 10ਵੇਂ ਜਾਮੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਉਸ ਨੂੰ ਮਾਫ ਕਰ ਦਿੱਤਾ ਜਦ ਉਹ ਜਮਨਾ ਵਿੱਚ ਇੱਕ ਖੇਤੀ ਵਿੱਚ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਇਆ। ਗੁਰੂ ਨਾਨਕ ਸਾਹਿਬ ਦੁਆਰਾ ਸ਼ੁਰੂ ਕੀਤੀ ਸਿੱਖ ਲਹਿਰ ਨੇ ਸਮੇਂ-ਸਮੇਂ ਸਿਰ ਕਈ ਸੰਸਥਾਵਾਂ ਨੂੰ ਜਨਮ ਦਿੱਤਾ ਜਿਵੇਂ ਲੰਗਰ, ਸੰਗਤ ਮੰਜੀ, ਦਸਵੰਧ ਮਸੰਦ, ਧਰਮਸਾਲ ਆਦਿ ਜੋ ਹੁਣ ਤੱਕ ਪੂਰੀ ਤਰ੍ਹਾਂ ਪ੍ਰਫੁੱਲਾਤ ਹੋ ਚੁੱਕੀਆਂ ਸਨ। ਗੁਰੂ ਹਰ ਰਾਏ ਸਾਹਿਬ ਨੇ ਨਾ ਕੇਵਲ ਇਨ੍ਹਾਂ ਸੰਸਥਾਵਾਂ ਸੰਭਾਲਿਆ ਸਗੋਂ ਵਿਕਸਿਤ ਵੀ ਕੀਤਾ। ਸਿੱਖੀ ਦੇ ਚਾਰ ਨੂੰ ਪੱਕੇ ਪੈਰੀਂ ਖੜਾ ਕਰਨ ਲਈ 4 ਤੂਣੇ ਤੇ 6 ਬਖਸ਼ਿਸ਼ਾਂ ਵੀ ਸਥਾਪਿਤ ਕੀਤੀਆਂ ਜਿਸ ਨਾਲ ਦੱਖਣੀ ਭਾਰਤ ਵਿੱਚ ਟੂਟੇ ਤੇ ਬਖਸ਼ਿਸ਼ਾਂ ਦਾ ਜਾਲ ਵਿਛ ਗਿਆ। ਪ੍ਰਚਾਰਕ ਯਾਤਰਾਵਾਂ ਗੁਰੂ ਸਾਹਿਬ ਨੇ ਪ੍ਰਚਾਰ ਦੇ ਕੰਮ ਨੂੰ ਢਿੱਲਾ ਨਹੀਂ ਪੈਣ ਦਿੱਤਾ। ਕਈ ਨਵੇਂ ਪ੍ਰਚਾਰਕ ਦੂਰ ਦੁਰਾਡੇ ਮੁਲਕ ਵਿੱਚ ਭੇਜੇ ਗਏ। ਗੁਰੂ ਸਾਹਿਬ ਨੇ ਖੁਦ ਵੀ ਆਪਣੀ ਗੁਰਿਆਈ ਕਾਲ 1644 ਤੋਂ 61 ਦੇ ਦੌਰਾਨ ਵਿੱਚ ਕੀਰਤਪੁਰ ਤੋਂ ਬਾਹਰ ਜਾਗੋ ਸਿੱਖੀ ਪ੍ਰਚਾਰ ਕੀਤਾ। ਹਾਲਾਂਕਿ ਇਹਨਾਂ ਪ੍ਰਚਾਰਕ ਦੌਰਿਆਂ ਬਾਰੇ ਇਤਿਹਾਸਕਾਰਾਂ ਵਿੱਚ ਕਾਫੀ ਮਤ ਭੇਦ ਹਨ। ਗੁਰੂ ਸਾਹਿਬ ਨੇ ਦੇ ਪ੍ਰਚਾਰਕ ਦੌਰੇ ਕੀਤੇ। ਪਹਿਲਾ ਦੌਰਾ ਪਹਿਲੇ ਵਿੱਚ ਅੰਮ੍ਰਿਤਸਰ, ਗੋਇੰਦਵਾਲ ਖਡੂਰ ਸਾਹਿਬ, ਵੱਡੀ ਲਹਿਲ, ਹਰੀਆਂ ਵੇਲਾਂ, ਪੁੰਗਰਨੀ, ਬੰਬੇਲੀ, ਕਰਤਾਰਪੁਰ, ਨੂਰ ਮਹਿਲ, ਪੁਆਤੜਾ